ਖੁਸ਼ਵੰਤ ਸਿੰਘ ਵੱਲੋਂ ਲਿਖਤ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਅੰਤਮ ਭਾਗ ਦਾ ਪਹਿਲਾ ਹਿੱਸਾ। ਜੂਨ 1984 ਵਿੱਚ ਸਵਰਨ ਮੰਦਰ ਉੱਪਰ ਹਮਲਾ ਅਤੇ 31 ਅਕਤੂਬਰ 1984 ਨੂੰ ਸ਼੍ਰੀਮਤੀ ਗਾਂਧੀ ਦੇ ਉਹਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕਤਲ ਪਿੱਛੋਂ 5000 ਤੋਂ ਵਧੇਕ ਸਿੱਖਾਂ ਦਾ ਕਤਲੇਆਮ ਉੱਤਰੀ ਭਾਰਤ ਦੇ ਲੋਕਾਂ ਦੇ ਮਨਾਂ ਵਿੱਚ ਡੂੰਘੀ ਤਰ੍ਹਾਂ ਖੁਣਿਆ ਜਾ ਚੁੱਕਾ ਸੀ। ਪਰੰਤੂ ਇਹ ਘਟਨਾਵਾਂ ਨੂੰ ਸਿੱਖ ਅਤੇ ਪੰਜਾਬੀ ਹਿੰਦੂ ਕਿਵੇਂ ਵੇਖਦੇ ਹਨ, ਇਸ ਵਿੱਚ ਦੋਵਾਂ ਵਿੱਚ ਬੜਾ ਅੰਤਰ ਅਤੇ ਪਾੜਾ ਹੈ। ਜੋ ਲੋਕ ਇਹਨਾਂ ਘਟਨਾਵਾਂ ਨੂੰ ਉਚਿਤ ਮੰਨਦੇ ਹਨ, ਉਹ ਭਿੰਡਰਾਂਵਾਲੇ ਵੱਲੋਂ ਹਰਿਮੰਦਰ ਦੀ ਸੀਮਾ ਅੰਦਰੋਂ ਹਿੰਦੂਆਂ ਪ੍ਰਤੀ ਘਿਰਨਾ ਫੈਲਾਉਣ ਵਾਲੇ ਭਾਸ਼ਣਾਂ ਦਾ, ਉਹਦੇ ਪੈਰੋਕਾਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਫੈਲਾਏ ਆਤੰਕ ਦਾ, ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਦੀਆਂ ਗੁਪਤ ਧਮਕੀਆਂ ਅਤੇ ਅਕਾਲ ਤਖ਼ਤ ਉੱਪਰ ਖਾਲਿਸਤਾਨ ਦਾ ਝੰਡਾ ਲਹਿਰਾਉਣ ਦਾ ਵਾਰ-ਵਾਰ ਜ਼ਿਕਰ ਕਰਦੇ ਹਨ। ਜਿਹੜੇ ਉਹਨਾਂ ਘਟਨਾਵਾਂ ਦੀ ਨਿਖੇਧੀ ਕਰਦੇ ਹਨ, ਉਹ ਸਿੱਖਾਂ ਦੇ ਸਭ ਤੋਂ ਪਵਿੱਤਰ ਗੁਰਦੁਆਰਿਆਂ ਦਾ ਆਪ ਮੁਹਾਰੇ ਅਪਮਾਨ ਅਤੇ ਬੇਹੁਰਮਤੀ ਕਰਨ, ਆਪਣੇ ਕੁਕਰਮਾਂ ਨੂੰ ਛੁਪਾਉਣ ਲਈ ਗਲਤ ਸਰਕਾਰੀ ਪੱਤਰ ਜਾਰੀ ਕਰਨ ਅਤੇ ਹਰ ਸਰਕਾਰ ਵੱਲੋਂ ਸਿੱਖਾਂ ਵਿਰੁੱਧ ਜ਼ੁਲਮ ਕਰਨ ਵਾਲਿਆਂ ਅਤੇ ਉਹਨਾਂ ਦਾ ਕਤਲੇਆਮ ਕਰਨ ਵਾਲੇ ਅਪਰਾਧੀਆਂ ਨੂੰ ਬਚਾਉਣ ਅਤੇ ਵਾਰ-ਵਾਰ ਕਮਿਸ਼ਨ ਸਥਾਪਿਤ ਕਰਨ ਦੇ ਪੈਂਤੜੇ 'ਤੇ ਛਲ ਕਪਟ ਵਰਤ ਕੇ ਸਜ਼ਾ ਦੇਣ ਤੋਂ ਟਾਲਾ ਕਰਨ ਦੀ ਵਾਰ-ਵਾਰ ਗੱਲ ਕਰਦੇ ਹਨ, ਜਿਸ ਕਾਰਨ ਇੱਕ ਵੀ ਗੁਨਾਹਗਾਰ ਫੜਿਆ ਨਹੀਂ ਜਾ ਸਕਿਆ। ਇਸ ਦਾ ਸਿੱਟਾ ਇਹ ਹੋਇਆ ਕਿ ਅਪਰਾਧੀ ਘਟਨਾਵਾਂ ਅਤੇ ਜੁਰਮ ਜਿਹੜੇ ਭਿੰਡਰਾਂਵਾਲੇ ਦੇ ਰਾਜਸੀ ਅਤੇ ਧਾਰਮਿਕ ਉਭਾਰ ਸਮੇਂ ਵੀ ਕਾਫੀ ਜ਼ਿਆਦਾ ਸਨ, ਉਹਨਾਂ ਦੀ ਗਿਣਤੀ ਉਸ ਦੇ ਮਗਰੋਂ ਹੋਰ ਵੀ ਜ਼ਿਆਦਾ ਹੋ ਗਈ। ਮਾਸਟਰ ਤਾਰਾ ਸਿੰਘ ਦੀ ਲੜਕੀ ਰਜਿੰਦਰ ਕੌਰ ਨੂੰ ਪੰਜਾਬ ਦੇ ਇੱਕ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦਿੱਲੀ ਵਿੱਚ ਹੀ ਗੋਲੀਆਂ ਨਾਲ ਉਡਾ ਦਿੱਤਾ ਗਿਆ। ਹੋਰ ਤਾਂ ਹੋਰ, ਜਦੋਂ ਸੰਤ ਲੌਂਗੋਵਾਲ ਰਾਜੀਵ ਗਾਂਧੀ ਨਾਲ ਸਮਝੌਤੇ ਲਈ ਸ਼ਾਂਤੀ ਵਾਰਤਾ ਚਲਾ ਰਿਹਾ ਸੀ, ਇਸ ਸਮਝੌਤੇ 'ਤੇ 24 ਜੁਲਾਈ 1985 ਨੂੰ ਦਸਤਖਤ ਹੋਏ। ਏਅਰ ਇੰਡੀਆ ਦਾ ਜਹਾਜ਼ ਕਨਿਸ਼ਕ, ਜੋ ਕੈਨੇਡਾ ਦੇ ਸ਼ਹਿਰ ਵੈਂਕੂਵਰ ਤੋਂ ਲੰਡਨ ਜਾ ਰਿਹਾ ਸੀ, ਆਇਰਲੈਂਡ ਦੇ ਤੱਟ ਉੱਪਰ ਉੱਡ ਰਹੇ ਨੂੰ ਹੀ 23 ਜੂਨ 1985 ਨੂੰ ਆਕਾਸ਼ ਵਿੱਚ ਹੀ ਬੰਬ ਨਾਲ ਉਡਾ ਦਿੱਤਾ ਗਿਆ, ਜਿਸ ਵਿੱਚ ਇਸ ਦੇ ਸਵਾਰ ਸਾਰੇ 329 ਮੁਸਾਫਰ ਅਤੇ ਜਹਾਜ਼ੀ ਅਮਲਾ ਮਾਰੇ ਗਏ। ਟੋਕੀਓ ਦੇ ਨਾਰੀਤਾ ਹਵਾਈ ਅੱਡੇ 'ਤੇ ਭਾਰਤ ਨੂੰ ਜਾਣ ਵਾਲੇ ਜਹਾਜ਼ ਉੱਪਰ ਸਮਾਨ ਲੱਦ ਰਹੇ 2 ਜਹਾਜ਼ੀ ਕੁਲੀ ਵੀ ਮਾਰੇ ਗਏ। ਦੋਵਾਂ ਥਾਵਾਂ 'ਤੇ ਅਪਰਾਧੀ ਕੈਨੇਡਾ ਵਿੱਚ ਵਸੇ ਹੋਏ ਸਿੱਖ ਪ੍ਰਵਾਸੀ ਸਨ। ਅਗਲੇ ਮਹੀਨੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਜਵਾਈ ਅਤੇ ਲੋਕ ਸਭਾ ਦਾ ਮੈਂਬਰ ਲਲਿਤ ਮਾਕਨ ਦਿਨ ਦਿਹਾੜੇ ਦਿੱਲੀ ਵਿੱਚ ਮਾਰ ਦਿੱਤਾ ਗਿਆ। 20 ਅਗਸਤ 1985 ਨੂੰ ਸੰਤ ਲੌਂਗੋਵਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਵਿੱਚ ਗੁਰਦੁਆਰੇ ਵਿੱਚ ਅਰਦਾਸ ਕਰਨ ਸਮੇਂ ਹੀ ਮਾਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਸਾਰੇ ਜ਼ਿਲ੍ਹਿਆਂ ਵਿੱਚ ਫੈਲ ਗਈ ਅਤੇ ਆਤੰਕਵਾਦੀਆਂ ਨੇ ਦੁਬਾਰਾ ਅਕਾਲ ਤਖ਼ਤ 'ਤੇ ਕਬਜ਼ਾ ਕਰ ਲਿਆ। ਸਰਜੀਤ ਸਿੰਘ ਬਰਨਾਲਾ, ਜੋ ਰਾਜੀਵ ਲੌਂਗੋਵਾਲ ਸਮਝੌਤੇ ਪਿੱਛੋਂ ਸੂਬੇ ਦਾ ਮੁੱਖ ਮੰਤਰੀ ਚੁਣਿਆ ਗਿਆ ਸੀ, ਉਸ ਦੀ ਰਾਜ ਪ੍ਰਬੰਧ ਉੱਪਰ ਪਕੜ ਢਿੱਲੀ ਹੋ ਗਈ। 1986 ਦਾ ਸਾਲ ਪੰਜਾਬ ਅਤੇ ਹਰਿਆਣਾ ਵਿੱਚ ਦੂਰ ਦੂਰ ਤੱਕ ਰੂਸ ਮੁਜ਼ਾਹਰਿਆਂ ਨਾਲ ਸ਼ੁਰੂ ਹੋਇਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਲਈ ਅੰਦੋਲਨ ਦੀ ਅਗਵਾਈ ਕੀਤੀ। ਅਕਾਲੀ ਧੜਿਆਂ ਨੇ ਜਰਨੈਲੀ ਸੜਕਾਂ 'ਤੇ ਰਸਤਾ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ। ਹਰਿਆਣਾ ਵਿੱਚ ਵੈਸਾ ਹੀ ਰਸਤਾ ਰੋਕੋ ਅੰਦੋਲਨ ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਆਸ਼ੀਰਵਾਦ ਨਾਲ ਸ਼ੁਰੂ ਕਰ ਦਿੱਤਾ। ਕੇਂਦਰ ਸਰਕਾਰ ਇਸ ਹਾਲਤ ਵਿੱਚ ਵੱਧ ਤੋਂ ਵੱਧ ਇਹ ਕਰ ਸਕੀ ਕਿ ਉਸਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਦਲੇ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਿੰਡਾਂ ਦੀ ਪਛਾਣ ਕਰਨ ਲਈ ਇੱਕ ਮੈਂਬਰੀ ਮੈਥਿਊ ਕਮਿਸ਼ਨ ਸਥਾਪਿਤ ਕਰ ਦਿੱਤਾ। ਸਭ ਤੋਂ ਅਧਿਕ ਵਿਵਾਦਗ੍ਰਸਤ ਨਗਰ ਅਬੋਹਰ ਅਤੇ ਫਾਜ਼ਿਲਕਾ ਸਨ ਅਤੇ ਉਹਨਾਂ ਨੂੰ ਹਰਿਆਣੇ ਨਾਲ ਜੋੜਨ ਲਈ ਰਾਹ ਵਿੱਚ ਕੁੰਦੂ ਖੇੜਾ ਪੰਜਾਬੀ ਬੋਲਦਾ ਪਿੰਡ ਸੀ ਅਤੇ ਜਦੋਂ ਉਸ ਪਿੰਡ ਦੇ ਲੋਕਾਂ ਦੀਆਂ ਵੋਟਾਂ ਪਾਈਆਂ ਗਈਆਂ ਤਾਂ ਉਹਨਾਂ ਨੇ ਪੰਜਾਬ ਵਿੱਚ ਰਹਿਣ ਦੀ ਚੋਣ ਕੀਤੀ। ਇਸ ਨਾਲ ਫਾਜ਼ਿਲਕਾ ਅਤੇ ਅਬੋਹਰ ਵੀ ਹਰਿਆਣੇ ਨੂੰ ਦੇਣ ਦਾ ਕੰਮ ਠੱਪ ਹੋ ਗਿਆ। ਇਸ ਦੌਰਾਨ ਆਤੰਕਵਾਦੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਉਹਨਾਂ ਨੇ 2 ਅਕਤੂਬਰ 1986 ਨੂੰ ਦਿੱਲੀ ਦੇ ਰਾਜਘਾਟ 'ਤੇ ਪ੍ਰਧਾਨ ਮੰਤਰੀ ਗਾਂਧੀ 'ਤੇ ਅਸਫਲ ਜਾਨਲੇਵਾ ਹਮਲਾ ਕਰ ਦਿੱਤਾ। ਅਗਲੇ ਦਿਨ ਜਲੰਧਰ ਵਿੱਚ ਡਾਇਰੈਕਟਰ ਜਨਰਲ ਪੁਲਿਸ ਜੂਲੀਓ ਰਿਬੇਰੋ ਅਤੇ ਉਹਦੀ ਪਤਨੀ ਨੂੰ ਗੋਲੀ ਚਲਾ ਕੇ ਜ਼ਖਮੀ ਕਰ ਦਿੱਤਾ ਗਿਆ। ਉਸ ਨੂੰ ਮਾਰਨ ਦੀ ਦੂਸਰੀ ਕੋਸ਼ਿਸ਼ 20 ਅਗਸਤ 1991 ਨੂੰ ਕੀਤੀ ਗਈ, ਜਦੋਂ ਉਹ ਰੋਮਾਨੀਆ ਵਿੱਚ ਰਾਜਦੂਤ ਨਿਯੁਕਤ ਸੀ। ਰਿਬੇਰੋ ਤੇ ਹਮਲਾਵਰਾਂ ਦੀ ਰਿਹਾਈ ਕਰਾਉਣ ਲਈ ਅਤੇ ਸੌਦੇਬਾਜ਼ੀ ਕਰਨ ਲਈ ਦਿੱਲੀ ਵਿੱਚ ਰੋਮਾਨੀਆ ਦੇ ਦੂਤ ਘਰ ਦਾ ਇੱਕ ਅਧਿਕਾਰੀ ਅਗਵਾ ਕਰ ਲਿਆ ਗਿਆ ਅਤੇ ਉਸ ਨੂੰ 23 ਦਿਨਾਂ ਮਗਰੋਂ ਰਿਹਾ ਕੀਤਾ ਗਿਆ। ਜਿਹੜੇ ਲੋਕ ਕਾਤਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ, ਉਹਨਾਂ ਵਿੱਚ ਉੱਘਾ ਅਕਾਲੀ ਨੇਤਾ ਜੀਵਨ ਸਿੰਘ ਉਮਰਾ ਨੰਗਲ ਅਤੇ 2 ਪੁਲਿਸ ਅਧਿਕਾਰੀਆਂ PCS ਕਾਲੋਂ ਅਤੇ DS ਮਾਂਗੜ ਦੇ ਬੇਟੇ ਸਨ।
ਅਰਵਿੰਦਰ ਸਿੰਘ ਬਰਾੜ ਤੇ KRS ਗਿੱਲ, ਦੋ ਹੋਰ ਪੁਲਿਸ ਅਧਿਕਾਰੀ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਵਿੱਚ ਉਸ ਸਮੇਂ ਗੋਲੀਆਂ ਨਾਲ ਉਡਾ ਦਿੱਤੇ ਗਏ ਜਦੋਂ ਉਹ ਸਵੇਰ ਵੇਲੇ ਦੁੜਕੀ ਲਾ ਰਹੇ ਸਨ। ਨੀਲਾ ਤਾਰਾ ਸਾਕਾ ਸਮੇਂ ਭਾਰਤੀ ਸੈਨਾ ਦੇ ਮੁਖੀ AS ਵੈਦਿਆ ਨੂੰ ਦੋ ਸਿੱਖ ਹਮਲਾਵਰਾਂ ਨੇ ਪੂਨੇ ਵਿੱਚ ਗੋਲੀਆਂ ਮਾਰ ਕੇ ਉਡਾ ਦਿੱਤਾ। ਇਹਨਾਂ ਭਿਆਨਕ ਪੱਧਰਾਂ ਤੇ ਅਤਿਆਚਾਰਾਂ ਦੀ ਨਿੰਦਿਆ ਕਰਨ ਦੀ ਥਾਂ ਅਕਾਲੀ ਨੇਤਾਵਾਂ ਨੇ ਪੁਲਿਸ ਤੇ ਇਲਜ਼ਾਮ ਲਗਾਏ ਕਿ ਵੱਡੀ ਗਿਣਤੀ ਵਿੱਚ ਸਿੱਖ ਯੁਵਕਾਂ ਨੂੰ ਸ਼ੱਕ ਦੀ ਬਿਨਾਂ ਤੇ ਜਾਂ ਤਾਂ ਖਤਮ ਕਰ ਰਹੀ ਸੀ ਜਾਂ ਉਹਨਾਂ ਨੂੰ ਨਜ਼ਰਬੰਦ ਕਰ ਰਹੀ ਸੀ। ਇਹ ਦੋਸ਼ ਪੰਜਾਬ ਤੇ ਵਿਦੇਸ਼ਾਂ ਦੀਆਂ ਬਹੁਤ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਨੇ ਸਹੀ ਨਾ ਪਾਏ। ਬਰਨਾਲਾ ਸਰਕਾਰ ਨੇ ਇਹਨਾਂ ਦੋਸ਼ਾਂ ਤੇ ਜਵਾਬੀ ਦਾਅਵਿਆਂ ਨੂੰ ਅਣਗੌਲਿਆਂ ਕਰ ਦਿੱਤਾ। ਬਰਨਾਲਾ ਦੇ ਸਖਤ ਆਲੋਚਕ ਅਕਾਲੀ ਪਾਰਟੀ ਵਿਚਲੇ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌੜਾ ਤੇ ਪਟਿਆਲੇ ਦੇ ਅਮਰਿੰਦਰ ਸਿੰਘ ਜੇ ਉਹਦੇ ਵਿਰੋਧੀ ਸਨ, ਜੋ ਮੁੱਖ ਮੰਤਰੀ ਦੀ ਗੱਦੀ ਦੇ ਚਾਹਵਾਨ ਸਨ। ਵਿਧਾਨ ਸਭਾ ਵਿੱਚ ਉਹਦੇ ਉਹ ਸਮਰਥਕ ਵੀ ਅਸੰਤੁਸ਼ਟ ਹੋ ਗਏ ਜਿਨ੍ਹਾਂ ਨੂੰ ਮੰਤਰੀ ਪਦ ਨਾ ਮਿਲਿਆ। 1987 ਵਿੱਚ ਰਾਸ਼ਟਰਪਤੀ ਜ਼ੈਲ ਸਿੰਘ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵੀ ਬੋਲਚਾਲ ਨਹੀਂ ਸੀ। ਬਰਨਾਲਾ ਹੋਰ ਵੀ ਅਲੱਗ ਥਲੱਗ ਹੋ ਗਿਆ ਕਿਉਂਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦਰਸ਼ਨ ਸਿੰਘ ਰਾਗੀ ਨੇ ਉਸ ਨੂੰ ਸਵਰਨ ਮੰਦਰ ਵਿੱਚ ਪੁਲਿਸ ਭੇਜਣ ਕਰਕੇ ਤਨਖਾਹੀਆ ਕਰਾਰ ਦੇ ਦਿੱਤਾ ਸੀ। ਹਰਿਆਣਾ ਵਿੱਚ ਚੋਣਾਂ ਹੋਣ ਵਾਲੀਆਂ ਸਨ। ਮੁੱਖ ਮੰਤਰੀ ਭਜਨ ਲਾਲ ਨੇ ਪ੍ਰਧਾਨ ਮੰਤਰੀ ਤੇ ਇਹ ਪ੍ਰਭਾਵ ਪਾ ਕੇ ਪ੍ਰੇਰ ਲਿਆ ਕਿ ਜੇ ਪੰਜਾਬ ਨੂੰ ਹੋਰ ਰਿਆਇਤ ਦਿੱਤੀ ਗਈ ਤਾਂ ਉਹ ਹਰਿਆਣੇ 'ਚੋਂ ਹਿੰਦੂ ਵੋਟਾਂ ਤੋਂ ਵਾਂਝੇ ਹੋ ਜਾਣਗੇ। ਰਾਜੀਵ ਗਾਂਧੀ ਉਹਦੇ ਦਬਾਅ ਹੇਠ ਆ ਗਿਆ ਤੇ ਉਸਨੇ ਪੰਜਾਬ ਅਸੈਂਬਲੀ ਨੂੰ ਕਾਇਮ ਰਹਿਣ ਦਿੱਤਾ, ਪਰ ਬਰਨਾਲਾ ਸਰਕਾਰ ਨੂੰ ਬਰਤਰਫ ਕਰ ਦਿੱਤਾ ਤੇ ਮਈ 1987 ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਫਿਰ ਵੀ ਕਾਂਗਰਸ ਹਰਿਆਣਾ ਵਿੱਚ ਚੋਣਾਂ ਹਾਰ ਗਈ। 1988 ਦਾ ਪਹਿਲਾ ਮਹੀਨਾ ਪੰਜਾਬ ਦੇ ਇਤਿਹਾਸ ਵਿੱਚ ਘਾਤਕ ਜਨਵਰੀ ਵਜੋਂ ਜਾਣਿਆ ਜਾਵੇਗਾ। ਇਹ ਮਹੀਨਾ ਪਟਿਆਲਾ ਵਿੱਚ ਸਿੱਖ ਆਤੰਕਵਾਦੀਆਂ ਹੱਥੋਂ ਦੋ ਸਿੱਖ ਪੁਲਿਸ ਅਫਸਰਾਂ ਦੇ ਕਤਲ ਨਾਲ ਆਰੰਭ ਹੋਇਆ। ਹਿੰਦੂਆਂ ਤੇ ਸਿੱਖਾਂ ਦੇ ਕਤਲ ਤੇਜ਼ੀ ਨਾਲ ਹੋਣ ਲੱਗੇ। ਸਥਿਤੀ ਇਸ ਕਾਰਨ ਬੜੀ ਭੈੜੀ ਹੋ ਗਈ ਕਿ ਕੇਂਦਰ ਸਰਕਾਰ ਵਿੱਚ ਤੇ ਅਕਾਲੀ ਨੇਤਾਵਾਂ ਵਿੱਚ ਕੋਈ ਵੀ ਐਸਾ ਨਹੀਂ ਸੀ ਜੋ ਪੰਜਾਬ ਵਿੱਚ ਸ਼ਾਂਤੀ ਬਹਾਲੀ ਲਈ ਭਰੋਸੇ ਨਾਲ ਕੁਝ ਕਹਿ ਸਕਦਾ ਜਾਂ ਕਰ ਸਕਦਾ। ਘੋਰ ਨਿਰਾਸ਼ਾ ਮਗਰੋਂ ਪ੍ਰਧਾਨ ਮੰਤਰੀ ਦੇ ਵਿਚਾਰਕੁੰਡ ਵਿਅਕਤੀਆਂ ਨੇ ਸਿਮਰਨਜੀਤ ਸਿੰਘ ਮਾਨ ਦਾ ਰੁਖ ਕੀਤਾ ਕਿ ਉਹ ਹੀ ਇਸ ਕਸੂਤੀ ਸਥਿਤੀ ਵਿੱਚੋਂ ਕੱਢ ਕੇ ਉਧਾਰ ਕਰੇਗਾ। ਅਪੁਸ਼ਟ ਸਰੋਤਾਂ ਤੋਂ ਇਹ ਖਬਰਾਂ ਵੀ ਮਿਲੀਆਂ ਸਨ ਕਿ ਰਾਜ ਵਿੱਚ ਸ਼ਾਂਤੀ ਕਾਇਮ ਕਰਨ ਦੀ ਸੂਰਤ ਵਿੱਚ ਉਸ ਨੂੰ ਮੁੱਖ ਮੰਤਰੀ ਦੀ ਗੱਦੀ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਇਸ ਦੌਰਾਨ ਸਵਰਨ ਮੰਦਰ ਵਿੱਚ ਸਥਿਤੀ ਹੋਰ ਵੀ ਵਿਸਫੋਟਕ ਹੋ ਗਈ ਤੇ ਆਤੰਕਵਾਦੀਆਂ ਨੇ ਸਵਰਨ ਮੰਦਰ ਅਹਾਤੇ ਵਿੱਚ ਮੋਰਚਾਬੰਦੀ ਕਰਕੇ ਇਹਦੇ ਦੁਆਲੇ ਬੈਠੀ ਪੁਲਿਸ ਨਾਲ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਹਰਮੰਦਰ ਦੇ ਬਾਹਰ DIG SS ਵਿਰਕ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਰਾਜੀਵ ਗਾਂਧੀ ਤੇ ਉਹਦੇ ਸਲਾਹਕਾਰ ਸਖਤ ਕਾਰਵਾਈ ਕਰਨ ਲਈ ਮਜਬੂਰ ਹੋ ਗਏ। ਖੁਸ਼ਕਿਸਮਤੀ ਨਾਲ ਉਹਨਾਂ ਨੂੰ ਇਸ ਕਾਰਜ ਲਈ KPS ਗਿੱਲ ਡਾਇਰੈਕਟਰ ਜਨਰਲ ਪੁਲਿਸ ਤੇ ਸਰਬਜੀਤ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੋ ਸਹਿਯੋਗ ਅਧਿਕਾਰੀ ਮਿਲ ਗਏ। ਪੰਜਾਬ ਦੇ ਰਾਜਪਾਲ SS ਰੇ P ਚਿਦੰਬਰਮ ਤੇ ਰਿਬਿਊਰੋ ਦੀ ਅਗਵਾਈ ਵਿੱਚ ਹਰਮੰਦਰ ਨੂੰ ਘੇਰਾ ਪਾਉਣ, ਮਹੱਤਵਪੂਰਨ ਠਿਕਾਣਿਆਂ 'ਤੇ ਨਿਸ਼ਾਨਚੀ ਨਿਯੁਕਤ ਕਰਨ ਤੇ ਅੰਦਰਲਿਆਂ ਨੂੰ ਪੀਣ ਵਾਲੇ ਪਾਣੀ ਤੋਂ ਦੂਰ ਰੱਖਣ ਲਈ ਯੋਜਨਾ ਤਿਆਰ ਕਰ ਲਈ ਗਈ। ਇਹ ਕਾਰਵਾਈ ਜੋ ਕਾਲੀ ਗਰਜ ਸਾਕੇ ਵਜੋਂ ਮਸ਼ਹੂਰ ਹੋਈ 13 ਤੋਂ 18 ਮਈ ਤੱਕ ਪੂਰੀ ਕੀਤੀ ਗਈ। ਅਕਾਲ ਤਖਤ ਵਿੱਚ ਛੁਪੇ ਹੋਏ ਆਦਮੀਆਂ ਤੇ ਇਸਤਰੀਆਂ ਨੂੰ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਗਿਆ। ਜਿਹੜੇ ਦੋ ਵਿਅਕਤੀਆਂ ਨੇ ਭੱਜ ਜਾਣ ਦੀ ਕੋਸ਼ਿਸ਼ ਕੀਤੀ ਉਹ ਗੋਲੀ ਮਾਰ ਕੇ ਖਤਮ ਕਰ ਦਿੱਤੇ ਗਏ। ਇੱਕ ਨੇ ਸਾਇਨਾਈਡ ਕੈਪਸੂਲ ਖਾ ਕੇ ਆਤਮਘਾਤ ਕਰ ਲਿਆ, ਦੂਸਰਿਆਂ ਨੇ ਸਿਰ ਉੱਪਰ ਉਠਾ ਕੇ ਆਤਮ ਸਮਰਪਣ ਕਰ ਦਿੱਤਾ। ਕਾਲੀ ਗਰਜ ਕਾਰਵਾਈ ਮੁਕੰਮਲ ਤੌਰ 'ਤੇ ਸਫਲ ਹੋਈ। ਸ਼ਸਤਰਧਾਰੀ ਦਲਾਂ ਨੂੰ ਦੁਬਾਰਾ ਜਥੇਬੰਦ ਹੋਣ ਤੋਂ ਰੋਕਣ ਤੇ ਇਸ ਸਮੱਸਿਆ ਨੂੰ ਪੱਕੀ ਤਰ੍ਹਾਂ ਜੜ੍ਹੋਂ ਪੁੱਟਣ ਲਈ ਕੇਂਦਰ ਸਰਕਾਰ ਨੇ ਗਲਿਆਰਾ ਯੋਜਨਾ ਤਿਆਰ ਕੀਤੀ। ਇਸ ਅਨੁਸਾਰ ਸਵਰਨ ਮੰਦਰ ਉਦਾਰੇ 30 ਤੋਂ 60 ਮੀਟਰ ਸੁਰੱਖਿਆ ਪੱਟੀ ਤਿਆਰ ਕਰਨੀ ਸੀ, ਜਿਸ ਅਨੁਸਾਰ ਜ਼ਬਰਦਸਤੀ ਨਿੱਜੀ ਜਾਇਦਾਦ ਸਰਕਾਰ ਨੇ ਪ੍ਰਾਪਤ ਕਰਨੀ ਸੀ ਤੇ ਹਜ਼ਾਰਾਂ ਹੀ ਨਿੱਜੀ ਘਰ ਢਾਉਣੇ ਸਨ। ਮੁਆਵਜ਼ੇ ਵਜੋਂ ਭਾਰੀ ਰਕਮ ਅਦਾ ਕੀਤੀ ਗਈ ਤੇ ਬੜੀ ਆਕਾਂਖਿਆ ਭਰਪੂਰ ਪੁਨਰਵਾਸ ਤੇ ਮੁੜ ਵਸੇਬੇ ਦੀ ਯੋਜਨਾ ਤਿਆਰ ਕੀਤੀ ਗਈ, ਪਰ ਇਸ ਨਾਲ ਪੁਰਾਣੇ ਸ਼ਹਿਰ ਦੇ ਮਹੱਤਵਪੂਰਨ ਚਿੰਨ੍ਹ ਜਾਂ ਬਾਜ਼ਾਰ ਜਿਵੇਂ ਬਾਜ਼ਾਰ ਮਾਈ ਸੇਵਾ ਆਦਿ ਸਦਾ ਲਈ ਖਤਮ ਹੋ ਗਏ। ਮਗਰੋਂ ਇਸ ਯੋਜਨਾ 'ਤੇ ਕੰਮ ਅਨਿਸ਼ਚਿਤ ਸਮੇਂ ਲਈ ਉਸ ਸਮੇਂ ਰੋਕ ਦਿੱਤਾ ਗਿਆ ਜਦੋਂ ਪ੍ਰੋਜੈਕਟ ਨਾਲ ਸੰਬੰਧਿਤ ਨਿਗਰਾਨ ਇੰਜੀਨੀਅਰ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ। ਪਰੰਤੂ ਇਹ ਖਿਆਲ ਵੀ ਕਿ ਕਾਲੀ ਗਰਜ ਕਾਰਵਾਈ ਨੇ ਆਤੰਕਵਾਦੀਆਂ ਨੂੰ ਖਤਮ ਕਰ ਦਿੱਤਾ ਸੀ, ਅਧੂਰਾ ਤੇ ਅਗੇਤਾ ਸਿੱਧ ਹੋਇਆ। ਜਿਹੜੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਨ ਉਹਨਾਂ ਨੂੰ ਧੜਾ-ਧੜ ਸ਼ਹੀਦ ਐਲਾਨਿਆ ਗਿਆ। ਉਹਨਾਂ ਦੇ ਦਾਹ ਸੰਸਕਾਰ ਲਈ ਥਾਵਾਂ 'ਤੇ ਛੋਟੇ-ਛੋਟੇ ਗੁਰਦੁਆਰੇ ਬਣਾਏ ਗਏ ਤੇ ਉਹ ਪੂਜਾ ਸਥਾਨ ਬਣ ਗਏ।
ਸਰਕਾਰ ਵੱਲੋਂ ਅਜੀਤ ਵਰਗੇ ਅਖਬਾਰਾਂ ਦੀਆਂ ਉਹਨਾਂ ਦੇ ਭੋਗਾਂ ਉੱਪਰ ਸ਼ਰਧਾਂਜਲੀਆਂ ਤੇ ਅਖੰਡ ਪਾਠਾਂ ਦੀਆਂ ਖਬਰਾਂ ਉੱਪਰ ਰੋਕ ਲਾਉਣ ਦਾ ਕੋਈ ਅਸਰ ਨਾ ਹੋਇਆ। ਕਿਸਾਨ ਅਜੇ ਵੀ ਆਤੰਕਵਾਦੀਆਂ ਨੂੰ ਪਿਆਰ ਨਾਲ ਮੁੰਡੇ ਜਾਂ ਖਾੜਕੂ ਕਹਿਣਾ ਚੰਗਾ ਸਮਝਦੇ ਸਨ। ਖਾੜਕੂਆਂ ਨੂੰ ਨਵੇਂ ਮੁੰਡੇ ਆਪਣੇ ਨਾਲ ਭਰਤੀ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਸੀ। ਆਤੰਕਵਾਦੀਆਂ ਦੇ ਪ੍ਰਭਾਵਾਂ ਵਾਲੇ ਪਿੰਡਾਂ ਵਿੱਚੋਂ ਘੱਟ ਗਿਣਤੀ ਹਿੰਦੂ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਚਲੇ ਗਏ, ਜਿੱਥੇ ਉਹ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਸਨ। 6 ਜਨਵਰੀ 1999 ਦੀ ਠੰਡੀ ਬੱਦਲਵਾਈ ਵਾਲੀ ਸਵੇਰ ਦੇ ਤੜਕੇ ਸਤਵੰਤ ਸਿੰਘ ਤੇ ਕੇਰ ਸਿੰਘ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਲਾ ਦਿੱਤਾ ਗਿਆ। ਉਹਨਾਂ ਨੂੰ ਇਹ ਸਜ਼ਾ 5 ਸਾਲ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਰਨ ਕਰਕੇ ਦਿੱਤੀ ਗਈ ਸੀ। ਭਾਵੇਂ ਸੁਪਰੀਮ ਕੋਰਟ ਦੇ ਕਈ ਪ੍ਰਸਿੱਧ ਕਾਨੂੰਨਦਾਨ ਤੇ ਰਿਟਾਇਰਡ ਜੱਜਾਂ ਦਾ ਵਿਚਾਰ ਸੀ ਕਿ ਕੇਰ ਸਿੰਘ, ਜਿਸ ਉੱਪਰ ਕਤਲ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਸੀ, ਉਸ ਦੀ ਜਾਨ ਬਖਸ਼ੀ ਜਾਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਨਾ ਹੋਇਆ। ਮਹੱਤਵਪੂਰਨ ਤੱਥ ਇਹ ਸੀ ਕਿ ਸ਼੍ਰੀਮਤੀ ਗਾਂਧੀ ਦੇ ਕਾਤਲਾਂ ਨੂੰ ਤਾਂ 5 ਸਾਲਾਂ ਦੇ ਅੰਦਰ ਸੂਲੀ ਚਾੜ੍ਹ ਦਿੱਤਾ ਗਿਆ, ਪਰ ਮੁਲਕ ਭਰ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਵੱਡੀ ਗਿਣਤੀ ਵਿੱਚ ਆਜ਼ਾਦ ਘੁੰਮ ਰਹੇ ਸਨ। ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਤਾਂ 2004 ਈਸਵੀ ਤੱਕ ਇਹ ਅੰਤਮ ਭਾਗ ਲਿਖੇ ਜਾਣ ਤੱਕ ਵੀ ਕੋਈ ਸਜ਼ਾ ਨਹੀਂ ਮਿਲੀ। ਜਿਵੇਂ ਉਮੀਦ ਹੀ ਸੀ, ਪੰਜਾਬ ਵਿੱਚ ਇਸ ਦੀ ਖੂਨੀ ਤੇ ਵਹਿਸ਼ੀ ਪ੍ਰਤੀਕਿਰਿਆ ਹੋਈ, ਜਿੱਥੇ 10 ਪੇਂਡੂ ਨਿਰਦੋਸ਼ ਹਿੰਦੂ ਗੁੱਸੇ ਨਾਲ ਭੜਕੀ ਹੋਈ ਭੀੜ ਨੇ ਮਾਰ ਦਿੱਤੇ। ਇੱਕ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸਤਵੰਤ ਸਿੰਘ ਤੇ ਕੇਰ ਸਿੰਘ ਦੀਆਂ ਰੂਹਾਂ ਦੀ ਸ਼ਾਂਤੀ ਲਈ ਗੁਰਦੁਆਰਿਆਂ ਵਿੱਚ ਅਰਦਾਸ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੂੰ ਸ਼ਹੀਦ ਐਲਾਨ ਕੀਤਾ ਗਿਆ। ਆਤੰਕਵਾਦੀਆਂ ਨੂੰ ਆਪਣੀਆਂ ਘਿਨਾਉਣੀਆਂ ਕਾਰਵਾਈਆਂ ਤੇ ਇਸ ਕਰਨ ਲਈ ਇੱਕ ਹੋਰ ਬਹਾਨਾ ਮਿਲ ਗਿਆ। ਉਹਨਾਂ ਨੂੰ ਇੱਕ ਵਧੀਆ ਟਿਕਾਣਾ 600 ਵਰਗ ਕਿਲੋਮੀਟਰ ਦੀ ਲੁਕਨਗਾ ਸਤਲੁਜ ਤੇ ਬਿਆਸ ਦੇ ਕਿਨਾਰਿਆਂ ਵਿਚਕਾਰ ਦਰਿਆ ਦੇ ਮੰਡ ਖੇਤਰ ਵਿੱਚ ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਮਿਲ ਗਿਆ, ਜਿੱਥੋਂ ਉਹ ਪੁਲਿਸ ਨੂੰ ਲਲਕਾਰਦੇ ਹੋਏ ਕਾਰਵਾਈਆਂ ਕਰਦੇ ਸਨ। ਇਹ ਇਲਾਕੇ ਪਾਕਿਸਤਾਨੀ ਸਰਹੱਦ ਤੋਂ ਮਸਾਂ 10 ਕਿਲੋਮੀਟਰ ਹੀ ਦੂਰ ਸਨ। ਇਹ ਖੇਤਰ ਮੰਡ ਖੇਤਰ ਵਜੋਂ ਮਸ਼ਹੂਰ ਸੀ ਤੇ ਜੰਗਲੀ ਦਲਦਲੀ ਭੂਮੀ ਸੀ, ਜਿੱਥੇ ਘਾਹ, ਝਾੜ ਬਰੋਟੇ, ਕੰਢੇਦਾਰ ਝਾੜੀਆਂ, ਬੂਝੇ ਸਰਕਾਨੇ ਉੱਗੇ ਹੋਏ ਸਨ। ਜਦੋਂ ਦਰਿਆਵਾਂ ਵਿੱਚ ਹੜ੍ਹ ਆ ਜਾਂਦਾ ਸੀ ਤਾਂ ਇਸ ਦੇ ਵਧੇਰੇ ਭਾਗ ਵਿੱਚ ਪਾਣੀ ਭਰ ਜਾਂਦਾ ਸੀ ਤੇ ਬੇੜੀਆਂ ਰਾਹੀਂ ਜਾਣ ਲਈ ਕੁਝ ਟਾਪੂ ਹੀ ਬਚੇ ਰਹਿੰਦੇ ਸਨ। ਇਹ ਉਹਨਾਂ ਜੰਗਲੀ ਪੰਛੀਆਂ ਲਈ ਬੱਚੇ ਦੇਣ ਲਈ ਵਧੀਆ ਸ਼ਰਨਗਾਹ ਬਣ ਗਈ, ਜੋ ਬਰਫਾਨੀ ਹਿਮਾਲਾ ਤੇ ਹਿੰਦੂ ਕੁਸ਼ ਪਹਾੜਾਂ ਦੀਆਂ ਚੋਟੀਆਂ ਤੋਂ ਪ੍ਰਵਾਸ ਕਰਕੇ ਆਉਂਦੇ ਸਨ ਤੇ ਉਹ ਇਸ ਨੂੰ ਰੱਖ ਵਿੱਚ ਹੀ ਬਦਲ ਦਿੰਦੇ ਸਨ। ਇਹ ਸਥਾਨ 2 ਖੌਫਨਾਕ ਫਸਾਦੀ ਟੋਲਿਆਂ, ਖਾਲਿਸਤਾਨ ਕਮਾਂਡੋ ਫੋਰਸ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਪਨਾਹਗਾਹ ਬਣ ਗਿਆ। ਇੱਥੇ ਉਹ ਕਿਸਾਨਾਂ ਨੂੰ ਚੁੱਕ ਕੇ ਲੈ ਆਉਂਦੇ, ਜ਼ਬਰਦਸਤੀ ਪੈਸੇ ਬਟੋਰਦੇ ਤੇ ਉਹਨਾਂ ਦੀਆਂ ਤੀਵੀਆਂ ਨਾਲ ਜ਼ਬਰਦਸਤੀ ਭੋਗ ਵਿਲਾਸ ਕਰਦੇ। ਦਿਨ ਵੇਲੇ ਉਹਨਾਂ ਦੇ ਲੁਕਣ ਵਾਸਤੇ ਜੰਗਲੀ ਸਰਕਾਨੇ ਯਾਨੀ ਸਰਕੜਾ, ਅਰਹਰ ਤੇ ਕਮਾਦ ਦੇ ਖੇਤ ਬਹੁਤ ਸਨ। ਰਾਤ ਵੇਲੇ ਉਹ ਖੁੱਲ੍ਹੇ ਘੁੰਮਦੇ ਫਿਰਦੇ ਰਹਿੰਦੇ। ਜਦੋਂ ਪੁਲਿਸ ਥਾਣਿਆਂ ਵਿੱਚ ਅੰਦਰੋਂ ਜੰਦਰੇ ਮਾਰ ਕੇ ਲੁਕੀ ਰਹਿੰਦੀ। ਪੁਲਿਸ ਤੇ ਆਤੰਕਵਾਦੀਆਂ ਵਿੱਚੋਂ ਕਿਸਾਨ ਆਤੰਕਵਾਦੀਆਂ ਨੂੰ ਚੰਗਾ ਸਮਝਦੇ ਸਨ, ਕਿਉਂਕਿ ਉਹ ਉਹਨਾਂ ਤੋਂ ਦਸਵੰਧ ਲੈ ਕੇ ਉਹਨਾਂ ਦੀ ਰੱਖਿਆ ਕਰਨ ਦਾ ਇਕਰਾਰ ਵੀ ਕਰਦੇ ਸਨ। ਜਦੋਂ ਕਿ ਪੁਲਿਸ ਨਿਸ਼ਚਿਤ ਸਮੇਂ 'ਤੇ ਆ ਕੇ ਉਹਨਾਂ ਤੋਂ ਰਕਮ ਬਟੋਰ ਲੈਂਦੀ, ਪਰ ਕੋਈ ਸੁਰੱਖਿਆ ਨਹੀਂ ਦੇ ਸਕਦੀ ਸੀ। ਅੰਤ ਹਤਾਸ਼ ਤੇ ਨਿਰਾਸ਼ ਹੋ ਕੇ ਪੁਲਿਸ ਨੇ ਸਕਾਟਲੈਂਡ ਯਾਰਡ ਦੇ ਜਸੂਸਾਂ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ। ਕੇਂਦਰ ਸਰਕਾਰ ਦੀ ਅਕਲ ਜਵਾਬ ਦੇਗੀ ਤੇ ਪੰਜਾਬ ਬਾਰੇ ਉਹ ਕੋਈ ਸਪਸ਼ਟ ਨੀਤੀ ਨਾ ਅਪਣਾ ਸਕੀ। ਇਸ ਨੇ ਵਿਦੇਸ਼ ਮੰਤਰੀ ਨਰਸਿਮਹਾ ਰਾਓ, ਰੱਖਿਆ ਮੰਤਰੀ ਕੇ.ਸੀ. ਪੰਤ, ਗ੍ਰਹਿ ਮੰਤਰੀ ਬੂਟਾ ਸਿੰਘ, ਵਿੱਤ ਮੰਤਰੀ ਐਸ.ਬੀ. ਚੌਹਾਨ, ਰਾਜ ਮੰਤਰੀ ਪੀ. ਚਿਦੰਬਰਮ ਤੇ ਆਧਾਰਿਤ ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ ਉਪ ਕਮੇਟੀ ਬਣਾ ਕੇ ਪੰਜਾਬ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਲਈ ਪੰਜਾਬ ਭੇਜਿਆ। ਅਕਾਲੀ ਦਲ ਦੇ 3 ਧੜਿਆਂ ਤੇ ਜਨਤਾ ਦਲ ਨੇ ਉਸ ਕਮੇਟੀ ਨੂੰ ਮਿਲਣ ਤੋਂ ਹੀ ਨਾ ਕਰ ਦਿੱਤੀ। ਭਾਜਪਾ ਨੇ ਕੇਵਲ ਯਾਦ ਪੱਤਰ ਹੀ ਭੇਜਿਆ ਤੇ ਸਰਜੀਤ ਸਿੰਘ ਬਰਨਾਲਾ ਨੇ ਇਸ ਨੂੰ ਕੇਵਲ ਮੂੰਹ ਰੱਖਣੀ ਕਿਹਾ। ਬੂਟਾ ਸਿੰਘ, ਜਿਸ ਤੋਂ ਇਸ ਸੰਮੇਲਨ ਵਿੱਚ ਵਧੇਰੇ ਉੱਘੀ ਭੂਮਿਕਾ ਨਿਭਾਉਣ ਦੀ ਆਸ ਕੀਤੀ ਜਾਂਦੀ ਰਹੀ ਸੀ, ਚੁੱਪ ਹੀ ਰਿਹਾ, ਕਿਉਂਕਿ ਉਸ ਦੇ ਉੱਪਰ ਤੇ ਉਹਦੇ ਪਰਿਵਾਰ ਉੱਪਰ ਭ੍ਰਿਸ਼ਟਾਚਾਰ ਦੇ ਅਨੇਕਾਂ ਦੋਸ਼ ਲਗਾਏ ਗਏ ਸਨ। ਇਸ ਗੱਲਬਾਤ ਪਿੱਛੋਂ ਉਸ ਕਮੇਟੀ ਨੇ ਇਹੋ ਸੁਝਾਅ ਦਿੱਤਾ ਕਿ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਆਧਾਰ ਬਣਾ ਕੇ ਅਗਲੀ ਗੱਲਬਾਤ ਲਈ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ ਜਾਵੇ। ਇਸ ਦੌਰਾਨ ਰਾਜੀਵ ਗਾਂਧੀ, ਜਿਸ ਨੇ ਸੰਤ ਲੌਂਗੋਵਾਲ ਨਾਲ ਸਮਝੌਤਾ ਕਰਨ ਸਮੇਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਖੁਦ ਮੁਖਤਾਰੀ ਦੀ ਮੰਗ ਤੋਂ ਥੋੜ੍ਹਾ ਜਿਹਾ ਵਧੇਰੇ ਮੰਗ ਆਖਿਆ ਸੀ, ਉਸ ਨੇ ਹੀ ਹੁਣ ਸ਼ਿਮਲੇ ਵਿੱਚ ਤਕਰੀਰ ਕਰਦਿਆਂ ਇਸ ਨੂੰ ਵੱਖਵਾਦੀ ਤੇ ਭਾਰਤ ਲਈ ਖਤਰਾ ਕਹਿ ਕੇ ਨਿੰਦਿਆ ਕੀਤੀ। 1999 ਦੇ ਅੰਤ ਤੱਕ ਰਾਜੀਵ ਗਾਂਧੀ ਨੂੰ ਵੋਟਾਂ ਪੈਣ ਪਿੱਛੋਂ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਉਹਦੀ ਥਾਂ 'ਤੇ VP ਸਿੰਘ ਪ੍ਰਧਾਨ ਮੰਤਰੀ ਬਣ ਗਿਆ। ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਕਰਵਾਈਆਂ ਗਈਆਂ। ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨੇ ਬਹੁ ਗਿਣਤੀ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਦਸੰਬਰ ਵਿੱਚ ਰਾਜਪਾਲ ਸਿਧਾਰਥ ਸ਼ੰਕਰ ਰੇ ਨੇ ਤਿਆਗ ਪੱਤਰ ਦੇ ਦਿੱਤਾ
ਤੇ ਉਸ ਦੀ ਥਾਂ ਤੇ ਨਿਰਮਲ ਮੁਖਰਜੀ ICS ਨੇ ਕਾਰਜਭਾਰ ਸੰਭਾਲ ਲਿਆ। ਪ੍ਰਧਾਨ ਮੰਤਰੀ ਨੇ ਪੰਜਾਬ ਸਮੱਸਿਆ ਨੂੰ ਪਹਿਲ ਦਿੱਤੀ। ਗੱਦੀ ਸੰਭਾਲਣ ਤੋਂ ਛੇਤੀ ਹੀ ਮਗਰੋਂ ਉਸਨੇ ਰਾਜ ਦੀ ਯਾਤਰਾ ਕੀਤੀ, ਸਵਰਨ ਮੰਦਰ ਦੇ ਦਰਸ਼ਨ ਕੀਤੇ। ਉਸਨੇ ਪਿਛਲੀਆਂ ਗੱਲਾਂ ਭੁਲਾ ਦੇਣ ਲਈ ਬੜੀ ਆਵੇਸ਼ਪੂਰਨ ਤਕਰੀਰ ਕੀਤੀ ਤੇ ਸ਼ਾਂਤੀ ਤੇ ਸਦਭਾਵਨਾ ਦਾ ਨਵਾਂ ਕਾਂਡ ਆਰੰਭ ਕਰਨ ਦੀ ਅਪੀਲ ਕੀਤੀ। ਉਸ ਵੱਲੋਂ ਖੁੱਲ੍ਹੀ ਜੀਬ ਵਿੱਚ ਸਵਰਨ ਮੰਦਰ ਤੋਂ ਮੁੜ ਕੇ ਜਾਣ ਦੇ ਅੰਦਾਜ਼ ਨੂੰ ਦਲੇਰੀ ਵਾਲੀ ਤੇ ਨਵਾਂ ਦੌਰ ਸ਼ੁਰੂ ਕਰਨ ਵਾਲੀ ਘਟਨਾ ਕਿਹਾ ਗਿਆ। ਨਵੇਂ ਪ੍ਰਧਾਨ ਮੰਤਰੀ ਨਾਲ ਹੀ ਨਵਾਂ ਰਾਜਪਾਲ ਪਹੁੰਚ ਗਿਆ। ਨਿਰਮਲ ਮੁਖਰਜੀ ਦੀ ਥਾਂ ਤੇ ਵਰਿੰਦਰ ਵਰਮਾ ਨਿਯੁਕਤ ਕਰ ਦਿੱਤਾ ਗਿਆ, ਜੋ ਕਿ ਮੁਕਾਬਲਤਨ ਘੱਟ ਪ੍ਰਸਿੱਧ ਸਿਆਸਤਦਾਨ ਤੇ ਰਾਜ ਸਭਾ ਦਾ ਮੈਂਬਰ ਸੀ। ਜਨਵਰੀ ਵਿੱਚ VP ਸਿੰਘ ਨੇ ਲੁਧਿਆਣਾ ਵਿੱਚ ਇੱਕ ਸਰਬਦਲੀ ਕਾਨਫਰੰਸ ਬੁਲਾਈ। ਉਹਦੇ ਨਾਲ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, CPI ਮਾਰਕਸਵਾਦੀ ਦਾ ਹਰਕਿਸ਼ਨ ਸਿੰਘ ਸਰਜੀਤ ਤੇ ਕੁਝ ਅਕਾਲੀ ਨੇਤਾ ਸਨ। ਪ੍ਰਧਾਨ ਮੰਤਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਕਾਇਮ ਕਰਨ ਲਈ ਇੱਕ ਹਮਲਾ ਮਾਰਨ। ਭਾਗ ਲੈਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਤੇ ਮੇਲ ਮਿਲਾਪ ਵਾਲੀ ਸੁਰ ਸੀ। ਸਿਮਰਨਜੀਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ 'ਤੇ ਸਵਾਗਤ ਵੀ ਕੀਤਾ ਤੇ ਵਧਾਈ ਵੀ ਦਿੱਤੀ, ਪਰ ਇਸ ਦਾ ਆਮ ਲੋਕਾਂ 'ਤੇ ਕੋਈ ਪ੍ਰਭਾਵ ਨਾ ਪਿਆ। ਉਹਨਾਂ ਦੇ ਗੁੱਸੇ ਦਾ ਇੱਕ ਸ਼ਿਕਾਰ ਤਾਂ ਬਲਵੰਤ ਸਿੰਘ ਬਣਿਆ, ਜਿਸ ਨੇ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਉੱਘੀ ਭੂਮਿਕਾ ਨਿਭਾਈ ਸੀ ਤੇ ਜੋ ਬਰਨਾਲਾ ਸਰਕਾਰ ਵਿੱਚ ਵਿੱਤ ਮੰਤਰੀ ਰਿਹਾ ਸੀ। ਉਹ ਮੁਅੱਤਲ ਕੀਤੀ ਪੰਜਾਬ ਵਿਧਾਨ ਸਭਾ ਨੂੰ ਬਹਾਲ ਕਰਨ ਲਈ ਤੇ ਰਾਜ ਵਿੱਚ ਲੋਕਤੰਤਰ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਪ੍ਰੇਰਨਾ ਦੇ ਰਿਹਾ ਸੀ। ਉਸ ਨੂੰ 10 ਜੁਲਾਈ 1990 ਨੂੰ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ। ਨਿਰਦੋਸ਼ ਲੋਕਾਂ ਦੇ ਕਤਲ ਹੁੰਦੇ ਰਹੇ। ਦਸੰਬਰ 1999 ਵਿੱਚ ਜਗਦੇਵ ਸਿੰਘ ਖੁੱਡੀਆ, ਜਿਸ ਨੇ ਲੋਕ ਸਭਾ ਚੋਣ ਜਿੱਤਣ ਵਿੱਚ ਮਾਨ ਦੀ ਸਹਾਇਤਾ ਕੀਤੀ ਸੀ, ਸਹੁੰ ਚੁੱਕਣ ਤੋਂ ਇੱਕ ਦਿਨ ਪਿੱਛੋਂ ਹੀ ਆਪਣੇ ਪਿੰਡ ਵਾਲੇ ਘਰ 'ਚੋਂ ਗਾਇਬ ਹੋ ਗਿਆ। ਉਸ ਦੀ ਲਾਸ਼ ਕੁਝ ਦਿਨ ਮਗਰੋਂ ਰਾਜਸਥਾਨ ਫੀਡਰ ਨਹਿਰ ਵਿੱਚੋਂ ਮਿਲੀ। ਗੋਬਿੰਦ ਰਾਮ ਨੂੰ, ਜੋ ਨੌਕਰੀ ਕਰ ਰਿਹਾ ਸੀ, ਵਿਵਾਦਗ੍ਰਸਤ IPS ਸੀ, ਉਸਨੂੰ ਉਸਦੇ ਲੜਕੇ ਦੇ ਕਤਲ ਪਿੱਛੋਂ ਛੇਤੀ ਹੀ ਬੰਬ ਨਾਲ ਉਡਾ ਦਿੱਤਾ ਗਿਆ। ਇੱਕ ਮਹੀਨੇ ਵਿੱਚ ਲਗਭਗ ਔਸਤਨ 146 ਕਤਲ ਹੋਣ ਲੱਗੇ। ਜੋ ਬਲੀ ਦੇ ਬੱਕਰੇ ਬਣੇ 1999 ਵਿੱਚ ਉਹਨਾਂ ਦੀ ਗਿਣਤੀ 2729 ਸੀ ਤੇ 1990 ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3506 ਹੋ ਗਈ। ਇਹ ਅਨੁਮਾਨ ਲਾਇਆ ਗਿਆ ਕਿ ਰਾਜ ਵਿੱਚ 178 ਕੱਟੜ ਆਤੰਕਵਾਦੀ ਹਨ ਤੇ ਦੂਸਰੇ ਸਰਗਰਮ ਆਤੰਕਵਾਦੀਆਂ ਦੀ ਗਿਣਤੀ 4733 ਸੀ। ਨਿਰੰਤਰ ਅਹਿੰਸਾ ਕਾਰਨ ਰਾਸ਼ਟਰਪਤੀ ਰਾਜ ਹੋਰ 6 ਮਹੀਨੇ ਲਈ ਵਧਾ ਦਿੱਤਾ ਗਿਆ। ਨਵੇਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਆਉਣ ਨਾਲ ਹੀ ਇੱਕ ਰਿਟਾਇਰਡ ਜਨਰਲ OP ਮਲਹੋਤਰਾ ਨਵਾਂ ਰਾਜਪਾਲ ਆਇਆ। ਅਜੇ ਵੀ ਪੰਜਾਬ ਬਾਰੇ ਕੋਈ ਸਪਸ਼ਟ ਨੀਤੀ ਨਹੀਂ ਸੀ, ਜੋ ਦਿਨੋਂ ਦਿਨ ਅਰਾਜਕਤਾ ਤੇ ਅਫਰਾ ਤਫਰੀ ਵੱਲ ਖਿਸਕਦਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਰਾਸ਼ਟਰਪਤੀ ਰਾਜ ਸਥਾਪਿਤ ਕਰਕੇ ਚੋਣਾਂ ਕਰਾਉਣ ਲਈ ਤੇ ਲੋਕਤੰਤਰੀ ਸ਼ਾਸਨ ਬਹਾਲ ਕਰਨ ਲਈ ਉਤਾਵਲਾ ਸੀ। ਰਾਜਪਾਲ ਨੇ ਬਦਅਮਨੀ ਖਤਮ ਕਰਨ ਨੂੰ ਪ੍ਰਮੁੱਖਤਾ ਦਿੱਤੀ। ਉਸਨੇ ਸੈਨਾ ਨੂੰ ਰਕਸ਼ਕ ਕਾਰਵਾਈ ਰਾਹੀਂ ਸੀਮਾ ਬੰਦ ਕਰਨ ਲਈ ਅਧਿਕਾਰ ਦੇ ਦਿੱਤਾ ਤਾਂ ਜੋ ਬੰਦੂਕਧਾਰੀਆਂ ਦੀ ਨਕਲੋ ਹਰਕਤ ਬੰਦ ਹੋ ਸਕੇ। ਇਸ ਦੌਰਾਨ ਆਤੰਕਵਾਦੀਆਂ ਦਾ ਰਾਜ ਪੇਂਡੂ ਖੇਤਰਾਂ ਵਿੱਚ ਜਾਰੀ ਰਿਹਾ। ਉੱਥੇ ਉਹਨਾਂ ਦੇ ਆਪਣੇ ਬਣਾਏ ਕਾਨੂੰਨ ਲਾਗੂ ਹੁੰਦੇ ਰਹੇ, ਜਿਵੇਂ ਕਿ ਦਿਨ ਛੁਪਣ ਪਿੱਛੋਂ ਗਲੀਆਂ ਦੀ ਬਿਜਲੀ ਬੰਦ ਰੱਖੀ ਜਾਂਦੀ, ਪਿੰਡ ਦੇ ਕੁੱਤਿਆਂ ਨੂੰ ਜ਼ਹਿਰ ਪਾ ਕੇ ਜਾਂ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ। ਕਿਸੇ ਨੂੰ ਰਾਸ਼ਟਰੀ ਗਾਨ ਜਨ ਗਣ ਮਨ ਗਾਉਣ ਦੀ ਆਗਿਆ ਨਹੀਂ ਸੀ। ਕੋਈ ਹਿੰਦੀ ਨਹੀਂ ਬੋਲ ਸਕਦਾ ਸੀ, ਸਿਰਫ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਆਗਿਆ ਸੀ। ਲੜਕੀਆਂ ਨੂੰ ਜੀਨ ਤੇ ਸਾੜੀਆਂ ਪਹਿਨਣ ਦੀ ਮਨਾਹੀ ਕਰ ਦਿੱਤੀ ਗਈ। ਉਹਨਾਂ ਨੇ ਸਿਰਫ ਸਲਵਾਰ ਕਮੀਜ਼ ਹੀ ਪਹਿਨਣੀ ਸੀ ਤੇ ਸਿਰ ਦੁਪੱਟੇ ਨਾਲ ਢੱਕ ਕੇ ਰੱਖਣਾ ਸੀ। ਉਹਨਾਂ ਨੂੰ ਕਿਸੇ ਕਿਸਮ ਦੀ ਸ਼ਿੰਗਾਰ ਸਮੱਗਰੀ ਵਰਤਣ ਤੇ ਸਜਨ ਸਵਰਨ ਦੀ ਮਨਾਹੀ ਸੀ। ਖਾੜਕੂਆਂ ਨੂੰ ਭਾਈ ਜਾਂ ਸਰਦਾਰ ਕਹਿ ਕੇ ਹੀ ਸੰਬੋਧਿਤ ਕੀਤਾ ਜਾ ਸਕਦਾ ਸੀ। ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਵਿੱਚ ਤਾਂ ਆਤੰਕਵਾਦੀਆਂ ਦੀਆਂ ਸਥਾਪਿਤ ਕੀਤੀਆਂ ਪੰਚਾਇਤਾਂ ਹੀ ਕੰਮ ਕਰਦੀਆਂ ਸਨ ਤੇ ਉਹਨਾਂ ਦਾ ਹੀ ਰਾਜ ਚੱਲਦਾ ਸੀ। ਉਹ ਅਕਾਲੀ ਨੇਤਾਵਾਂ ਵੱਲੋਂ ਵੀ ਉਸ ਤਰ੍ਹਾਂ ਹੀ ਬੇਪਰਵਾਹ ਸਨ, ਜਿਵੇਂ ਕੇਂਦਰ ਤੇ ਰਾਜ ਸਰਕਾਰ ਤੋਂ ਇੱਕ ਅਨੁਮਾਨ ਲਾਇਆ ਗਿਆ ਸੀ, ਜਿਸ ਅਨੁਸਾਰ ਪਿਛਲੇ 10 ਸਾਲਾਂ ਵਿੱਚ ਆਤੰਕਵਾਦੀਆਂ ਨਾਲ ਸੰਬੰਧਿਤ ਹਿੰਸਾ ਵਿੱਚ 25,000 ਤੋਂ ਵੱਧ ਨਿਰਦੋਸ਼ ਲੋਕ ਮਾਰੇ ਗਏ ਸਨ ਤੇ ਗਿਣਤੀ 1965 ਤੇ 1971 ਵਿੱਚ ਪਾਕਿਸਤਾਨ ਵਿਰੁੱਧ ਲੜਾਈ ਵਿੱਚ ਮਰਨ ਵਾਲੇ ਭਾਰਤੀ ਫੌਜੀਆਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ। 1991 ਦੇ ਮੱਧ ਤੋਂ ਪਿੱਛੋਂ ਹਵਾ ਦਾ ਰੁੱਖ ਆਤੰਕਵਾਦੀਆਂ ਦੇ ਵਿਰੁੱਧ ਹੋਣਾ ਸ਼ੁਰੂ ਹੋ ਗਿਆ। ਕਿਸਾਨ ਬੜੇ ਲੰਬੇ ਸਮੇਂ ਤੋਂ ਜਬਰੀ ਉਗਰਾਹੀ, ਕਤਲਾਂ ਤੇ ਬਲਾਤਕਾਰਾਂ ਦਾ ਸ਼ਿਕਾਰ ਹੁੰਦੇ ਰਹੇ ਸਨ। ਉਹਨਾਂ ਨੇ ਰਕਸ਼ਕ ਮੁਹਿੰਮ ਦਾ ਸਵਾਗਤ ਕੀਤਾ ਤੇ ਉਹ ਇਸ ਗੱਲੋਂ ਬੜੇ ਖੁਸ਼ ਸਨ ਕਿ ਘੱਟੋ ਘੱਟ ਅਮਨ ਕਾਨੂੰਨ ਦੇ ਬਹਾਲ ਹੋਣ ਦੀ ਕੋਈ ਝਲਕ ਤਾਂ ਮਿਲੀ। ਉਹ ਉੱਚੇ ਉੱਚੇ ਨਾਵਾਂ ਥੱਲੇ ਕੰਮ ਕਰੇ ਖਾੜਕੂਆਂ ਦੇ ਟੋਲਿਆਂ ਦੇ ਰਾਜ ਨੂੰ ਸਹਿਣ ਕਰਨ ਲਈ ਹੁਣ ਤਿਆਰ ਨਹੀਂ ਸਨ। ਪ੍ਰਧਾਨ ਮੰਤਰੀ ਵੀ ਸਿੱਖ ਭਾਈਚਾਰੇ ਨੂੰ ਪਤਿਆਉਣ ਦੀ ਪੂਰੀ ਵਾਲ ਆ ਰਿਹਾ ਸੀ। ਜਿਸ ਵੀ ਜਲਸੇ ਨੂੰ ਉਹ ਸੰਬੋਧਿਤ ਕਰਦਾ, ਉਸ ਦਾ ਆਰੰਭ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕਰਦਾ। ਉਸਨੇ ਰਾਜ ਵਿੱਚ ਲੋਕਤੰਤਰ ਬਹਾਲ ਕਰਨ ਦਾ ਭਰੋਸਾ ਵੀ ਦਿੱਤਾ, ਪਰੰਤੂ ਉਸ ਦਾ ਚੋਣਾਂ ਕਰਾਉਣ ਦਾ ਸੰਕੇਤ ਕੁਝ ਅਗੇਤਾ ਸੀ।
ਕਾਂਗਰਸ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਜੂਨ 1991 ਦੇ ਪਹਿਲੇ ਹਫ਼ਤੇ ਹੀ 20 ਉਮੀਦਵਾਰ ਆਤੰਕਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ। ਚੋਣ ਕਮਿਸ਼ਨਰ TN ਸੇਸ਼ਨ ਨੇ ਪੰਜਾਬ ਚੋਣਾਂ ਮੁਲਤਵੀ ਕਰ ਦਿੱਤੀਆਂ। ਕੇਂਦਰ ਵਿੱਚ ਚੰਦਰ ਸ਼ੇਖਰ ਨੂੰ ਗੱਦੀ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਨਵੀਆਂ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ। KPS ਗਿੱਲ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਕੇ ਦੁਬਾਰਾ ਲਿਆਂਦਾ ਗਿਆ। ਪਹਿਲਾਂ ਕਿਸੇ ਵੀ ਅਫਸਰ ਨੂੰ ਜੱਟ ਕਿਸਾਨਾਂ ਦੀ ਨਬਜ਼ ਪਛਾਣਨੀ ਨਹੀਂ ਆਈ ਸੀ ਜਿਵੇਂ ਇਸ ਜੱਟ ਅਫਸਰ ਨੇ ਪਛਾਣੀ। ਰਾਸ਼ਟਰਪਤੀ ਦੇ 5 ਸਾਲਾਂ ਦੇ ਰਾਜ ਦਾ ਸ਼ਸਤਰਬੱਧ ਸੈਨਾ ਦੀ ਪਰੇਬੰਦੀ ਤੇ ਪੁਲਿਸ ਦੇ ਰਾਜ ਦੀ ਅਫਰਾ ਤਫਰੀ ਤੇ ਗੜਬੜੀ ਵਾਲੀ ਸਥਿਤੀ ਤੇ ਕੋਈ ਅਸਰ ਨਾ ਪਿਆ। ਇਸ ਸਮੇਂ ਚੋਣ ਮੁਹਿੰਮ ਵਿੱਚ 21 ਮਈ 1991 ਨੂੰ ਸ਼੍ਰੀ ਪੇਰਮਦੂਰ ਵਿੱਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਤੇ ਨਰਸਿਮਹਾ ਰਾਓ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਉਸ ਨੇ ਫੈਸਲਾ ਕੀਤਾ ਕਿ ਰਾਜ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਹੱਥ ਦੇ ਦੇਣੀ ਸਭ ਤੋਂ ਵਧੀਆ ਰਹੇਗੀ। ਇਸ ਨੇ ਲਾਲਚ ਜਾਂ ਉਤਸ਼ਾਹ ਦੇ ਰੂਪ ਵਿੱਚ ਚੋਣਾਂ ਸਮਾਪਤ ਹੋਣ ਤੇ ਆਰਥਿਕ ਪ੍ਰਸਤਾਵ ਦੇਣ ਦੀ ਪੇਸ਼ਕਸ਼ ਵੀ ਕੀਤੀ। ਰਾਜ ਸਰਕਾਰ ਵੱਲ ਕੇਂਦਰ ਸਰਕਾਰ ਦਾ 4200 ਕਰੋੜ ਦਾ ਕਰਜ਼ਾ ਸੀ। ਅਕਾਲੀ ਨੇਤਾ ਅੜੇ ਹੋਏ ਸਨ। ਉਹਨਾਂ ਮੰਗ ਕੀਤੀ ਕਿ ਆਰਥਿਕ ਪ੍ਰਸਤਾਵ ਦਾ ਪਹਿਲਾਂ ਐਲਾਨ ਕਰੋ ਤੇ ਚੋਣਾਂ ਮਗਰੋਂ ਕਰਵਾਓ। ਰਾਜਪਾਲ ਸੁਰਿੰਦਰ ਨਾਥ ਨੇ ਉਹਨਾਂ ਦੀ ਮੰਗ ਦਾ ਸਮਰਥਨ ਕੀਤਾ। ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਅੜਿੱਕਾ ਲਾ ਦਿੱਤਾ। ਉਸ ਨੇ ਦਲੀਲ ਦਿੱਤੀ ਕਿ ਜੇ ਤੁਸੀਂ ਪੰਜਾਬ ਨੂੰ ਵਿੱਤੀ ਸਹਾਇਤਾ ਦਿੱਤੀ ਤਾਂ ਹਰਿਆਣੇ ਦੇ ਹਿੰਦੂਆਂ ਦੇ ਸਮਰਥਨ ਤੋਂ ਹੱਥ ਧੋ ਲਵੋਗੇ। ਪ੍ਰਧਾਨ ਮੰਤਰੀ ਨੇ ਵਿੱਤੀ ਪ੍ਰਸਤਾਵ ਬਾਰੇ ਕੁਝ ਨਾ ਕਿਹਾ ਤੇ ਉਹਦੇ ਦਬਾਅ ਹੇਠ ਆ ਗਿਆ ਤੇ 19 ਫਰਵਰੀ 1992 ਨੂੰ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ। ਆਤੰਕਵਾਦੀਆਂ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਉਮੀਦਵਾਰ ਚੋਣਾਂ ਵਿੱਚ ਖੜੇ ਹੋਏ ਜਾਂ ਉਹ ਲੋਕ ਜੋ ਵੋਟਾਂ ਪਾਉਣ ਗਏ ਉਹ ਉਹਨਾਂ ਨੂੰ ਮਾਰ ਦੇਣਗੇ। ਅਕਾਲੀ ਉਹਨਾਂ ਦੇ ਡਰਾਵੇ ਵਿੱਚ ਆ ਗਏ ਤੇ ਇੱਕ ਧੜੇ ਤੋਂ ਬਿਨਾਂ ਸਭ ਨੇ ਹੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਚੋਣ ਮੈਦਾਨ ਕਾਂਗਰਸ, ਭਾਜਪਾ, ਬਸਪਾ ਤੇ ਦੋਹਾਂ ਕਮਿਊਨਿਸਟ ਪਾਰਟੀਆਂ ਤੇ ਜਨਤਾ ਦਲ ਲਈ ਖੁੱਲ੍ਹਾ ਛੱਡ ਦਿੱਤਾ। ਇੱਕ ਤਰ੍ਹਾਂ ਨਾਲ ਬਹੁਤੇ ਹਲਕਿਆਂ ਵਿੱਚ ਕਾਂਗਰਸ ਦੀ ਸਿੱਧੀ ਹੀ ਜਿੱਤ ਸੀ ਤੇ ਸਿਰਫ ਸ਼ਹਿਰੀ ਹਿੰਦੂਆਂ ਨੇ ਹੀ ਭਾਜਪਾ ਦਾ ਸਮਰਥਨ ਕੀਤਾ। ਵੋਟਾਂ ਦਾ ਭੁਗਤਾਨ ਬੜਾ ਹੀ ਘੱਟ ਸੀ ਤੇ ਕਈ ਹਲਕਿਆਂ ਵਿੱਚ ਤਾਂ ਇਹ 1% ਹੀ ਸੀ। ਕਾਂਗਰਸ ਪਾਰਟੀ 21.6% ਵੋਟ ਲੈ ਕੇ ਹਕੂਮਤ ਸੰਭਾਲ ਬੈਠੀ। ਬੇਅੰਤ ਸਿੰਘ ਨੂੰ ਮੁੱਖ ਮੰਤਰੀ ਚੁਣ ਲਿਆ ਗਿਆ। ਅਕਾਲੀ ਨੇਤਾਵਾਂ ਨੇ ਇਹਨਾਂ ਚੋਣਾਂ ਨੂੰ ਫਜ਼ੂਲ ਤੇ ਨਾਜਾਇਜ਼ ਕਿਹਾ ਤੇ ਉਹ ਹੁਣ ਸ਼ਕਤੀ ਦੀ ਦੂਸਰੀ ਪਦਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਲਾਮਬੰਦ ਹੋਣ ਲੱਗੇ, ਜੋ ਸਮੁੱਚੇ ਰੂਪ ਵਿੱਚ ਸਿੱਖਾਂ ਨਾਲ ਸੰਬੰਧਿਤ ਸੀ। ਉਹਨਾਂ ਨੇ ਇੱਕ ਵਾਰ ਫਿਰ ਮੋਰਚਾ ਲਾ ਕੇ ਰਾਜ ਕਾਜ ਦਾ ਕੰਮ ਠੱਪ ਕਰ ਦੇਣ ਦੀ ਧਮਕੀ ਦੇ ਦਿੱਤੀ। ਉਹਨਾਂ ਦਾ ਨਾਅਰਾ ਸੀ, ਸਰਕਾਰ ਹਟਾਓ, ਪੰਜਾਬ ਬਚਾਓ, ਮੰਤਰੀਆਂ ਦਾ ਕਰੋ ਘਿਰਾਓ। ਉਹਨਾਂ ਦੀ ਮੋਰਚਾਬੰਦੀ ਤੋਂ ਪਹਿਲਾਂ ਹੀ ਬੇਅੰਤ ਸਿੰਘ ਨੇ ਉਹਨਾਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ। ਜਦੋਂ ਆਤੰਕਵਾਦੀਆਂ ਨੇ ਫਿਰ ਆਪਣੀਆਂ ਮਨਹੂਸ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਤਾਂ ਬੇਅੰਤ ਸਿੰਘ ਨੇ KPS ਗਿੱਲ ਨੂੰ ਉਹਨਾਂ ਨਾਲ ਨਜਿੱਠਣ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ। ਆਪਰੇਸ਼ਨ ਰਕਸ਼ਕ 2 ਬੜਾ ਉਪਯੋਗੀ ਸਿੱਧ ਹੋਣ ਲੱਗਾ। ਫੌਜ ਨੇ ਪਿੰਡਾਂ ਵਿੱਚ ਆਤੰਕਵਾਦੀਆਂ ਤੇ ਉਹਨਾਂ ਦੇ ਸਮਰਥਕਾਂ ਦੀ ਭਾਲ ਸ਼ੁਰੂ ਕਰ ਦਿੱਤੀ। ਆਤੰਕਵਾਦੀਆਂ ਨੂੰ ਜਾਂ ਤਾਂ ਗੋਲੀਆਂ ਨਾਲ ਉਡਾਇਆ ਜਾਣ ਲੱਗਾ ਜਾਂ ਗ੍ਰਿਫਤਾਰ ਕੀਤਾ ਜਾਣ ਲੱਗਾ। ਪੇਂਡੂਆਂ ਨੂੰ ਡਰਾਉਣ ਧਮਕਾਉਣ ਦੀ ਥਾਂ ਜਿਵੇਂ ਫੌਜ ਪਹਿਲਾਂ ਕਰਦੀ ਰਹੀ ਸੀ, ਹੁਣ ਉਹਨਾਂ ਨਾਲ ਫੌਜ ਨੇ ਦੋਸਤੀ ਕਾਇਮ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਫੌਜ ਗਈ, ਪੇਂਡੂਆਂ ਲਈ ਖਾਸ ਸਮੱਗਰੀ ਤੇ ਦਵਾਈਆਂ ਲੈ ਕੇ ਪਹੁੰਚੀ। ਇਹ ਹੁਸ਼ਿਆਰੀ ਭਰੀ ਚਾਲ ਸਫਲ ਰਹੀ। ਪੰਜਾਬ ਦੇ ਕਿਸਾਨਾਂ ਨੇ ਬਦਅਮਨੀ ਸਮੇਂ ਬੜੇ ਦੁੱਖ ਝੱਲੇ ਸਨ। ਉਹ ਹੁਣ ਬਦਮਾਸ਼ਾਂ ਨੂੰ ਭਾਲ ਕੇ ਖਤਮ ਕਰਨ ਲਈ ਪੁਲਿਸ ਦੀ ਸਹਾਇਤਾ ਕਰਨ ਲੱਗੇ। ਕੁਝ ਮਹੀਨੇ ਤਾਂ ਪੰਜਾਬ ਵਿੱਚ ਜੰਗਲ ਦਾ ਰਾਜ ਰਿਹਾ। ਕਾਨੂੰਨੀ ਵਿਧੀ ਵਿਧਾਨ ਨੂੰ ਛਿੱਕੇ ਤੇ ਟੰਗ ਦਿੱਤਾ ਗਿਆ ਤੇ ਕਈ ਨਿਰਦੋਸ਼ ਲੋਕਾਂ ਦੀਆਂ ਜਾਨਾਂ ਵੀ ਗਈਆਂ। ਪਰ 1993 ਦੇ ਅੰਤ ਤੱਕ ਰਾਜ ਵਿੱਚ ਅਮਨ ਕਾਨੂੰਨ ਦੇ ਕਾਇਮ ਹੋਣ ਦੀ ਝਲਕ ਪੈਣ ਲੱਗੀ। ਜਨਵਰੀ 1993 ਵਿੱਚ ਬੇਅੰਤ ਸਿੰਘ ਨੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਦਾ ਸਾਹਸ ਭਰਿਆ ਕਦਮ ਉਠਾਇਆ। ਉਹਦੇ ਮੰਤਰੀ ਮੰਡਲ ਦੇ ਬਹੁਤ ਸਾਰੇ ਸਾਥੀ ਇਸ ਗੱਲ ਦੇ ਵਿਰੁੱਧ ਸਨ। ਉਹਨਾਂ ਦੀ ਦਲੀਲ ਸੀ ਕਿ ਉਗਰਵਾਦੀ ਪੰਚਾਇਤਾਂ 'ਤੇ ਕਾਬਜ਼ ਹੋ ਕੇ ਖਾਲਸਾ ਪੰਚਾਇਤਾਂ ਦਾ ਐਲਾਨ ਕਰ ਦੇਣਗੇ। ਬੇਅੰਤ ਸਿੰਘ ਆਪ ਸਰਪੰਚ ਰਿਹਾ ਸੀ ਤੇ ਮਗਰੋਂ ਉਹ ਪੰਚਾਇਤ ਸਮਿਤੀ ਦਾ ਚੇਅਰਮੈਨ ਵੀ ਰਿਹਾ ਸੀ। ਉਹ ਜਾਣਦਾ ਸੀ ਕਿ ਆਪਣੀ ਸਰਕਾਰ ਦੀ ਉਚਿਤਤਾ ਦਿਖਾਉਣ ਲਈ ਤੇ ਪੇਂਡੂ ਪੰਜਾਬ ਵਿੱਚ ਆਮ ਹਾਲਾਤ ਬਹਾਲ ਕਰਨ ਲਈ ਬੁਨਿਆਦੀ ਲੋਕਤੰਤਰੀ ਸੰਸਥਾਵਾਂ ਦੀ ਕਿਤਨੀ ਮਹੱਤਤਾ ਸੀ। ਇਹਨਾਂ ਚੋਣਾਂ ਵਿੱਚ 90% ਵੋਟਾਂ ਭੁਗਤੀਆਂ ਤੇ ਬਹੁਤੀਆਂ ਸੀਟਾਂ 'ਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ। ਇਸ ਚੁਣੇ ਹੋਏ ਪ੍ਰਤੀਨਿਧ ਆਮ ਲੋਕਾਂ ਤੇ ਸਥਾਨਕ ਪ੍ਰਸ਼ਾਸਨ ਵਿੱਚ ਅਤੇ ਪੁਲਿਸ ਵਿਚਕਾਰ ਰਾਜ ਵਿੱਚੋਂ ਆਤੰਕਵਾਦ ਖਤਮ ਕਰਨ ਲਈ ਵਧੀਆ ਕੜੀ ਸਾਬਤ ਹੋਏ। ਗਲਿਆਰਾ ਯੋਜਨਾ ਕਰਨਵੀਰ ਸਿੰਘ ਸਿੱਧੂ ਦੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਹੋਣ ਤੱਕ ਅਣਗੌਲੀ ਹੀ ਰਹੀ। ਮਸਾਂ ਹੀ 8 ਸਾਲਾਂ ਦੀ ਨੌਕਰੀ ਕਰਨ ਵਾਲੇ ਨੌਜਵਾਨ ਸਿੰਘ IAS ਅਫਸਰ ਨੇ ਇਸ ਨੂੰ 92-93 ਵਿੱਚ ਆਪਣੀ ਨਿਯੁਕਤੀ ਤੋਂ ਤੁਰਤ ਪਿੱਛੋਂ ਮੁੜ ਸੁਰਜੀਤ ਕੀਤਾ। ਇਸ ਦੇ ਨਾਲ ਹੀ ਚੋਟੀ ਦੇ ਖਾੜਕੂਆਂ ਵੱਲੋਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਪਸ਼ਟ ਰੂਪ ਵਿੱਚ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਅਣਲਿਖਿਆ ਗੁਪਤ ਸਮਝੌਤਾ ਹੋ ਗਿਆ ਸੀ।
ਗਲਿਆਰਾ ਯੋਜਨਾ ਨੂੰ ਤੁਰਤ ਹੀ ਸੁਰੱਖਿਆ ਪੱਟੀ ਦੀ ਥਾਂ ਸਵਰਨ ਮੰਦਰ ਦੀ ਦੂਸਰੀ ਪਰਿਕਰਮਾ ਦਾ ਨਾਮ ਦੇ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਣਅਧਿਕਾਰਿਕ ਤੌਰ ਤੇ ਇਹਦੀ ਭਵਨ ਨਿਰਮਾਣ ਵਿਉਂਤ ਦੀ ਸੋਧ ਪਰਖ ਲਈ ਵੀ ਇਸ ਸ਼ਰਤ ਤੇ ਸਹਿਮਤ ਹੋ ਗਈ ਕਿ ਕੋਈ ਵੀ ਕਾਂਗਰਸ ਮੰਤਰੀ ਜਾਂ ਪਦ ਅਧਿਕਾਰੀ ਇਸ ਦਾ ਉਦਘਾਟਨ ਕਰਨ ਜਾਂ ਕਿਸੇ ਪੜਾਅ ਦਾ ਪ੍ਰਾਰੰਭ ਕਰਨ ਲਈ ਨਹੀਂ ਆਵੇਗਾ ਤੇ ਇਸ ਯੋਜਨਾ ਦੇ ਮੁਕੰਮਲ ਕਰਨ ਦਾ ਦਾਅਵਾ ਕਰਕੇ ਭੁੱਲ ਨਹੀਂ ਖੱਟੇਗਾ। ਸਰਕਾਰ ਸਹਿਮਤ ਹੋ ਗਈ ਤੇ ਸਾਰੀ ਯੋਜਨਾ ਦਾ ਖਰਚ ਚੱਲਣ ਲਈ ਵਿਚਾਰ ਹੋ ਗਈ। ਇਸ ਯੋਜਨਾ ਨੇ ਸੁੰਦਰ ਭੂ ਦ੍ਰਿਸ਼ ਚਿੱਤਰ ਤੇ ਜਲ ਦ੍ਰਿਸ਼ ਚਿੱਤਰ ਪੇਸ਼ ਕੀਤੇ ਜੋ ਪਵਿੱਤਰ ਗੁਰਧਾਮ ਦੀ ਨਿਰਮਲਤਾ ਵਿੱਚ ਘੁਲੇ ਮਿਲੇ ਤੇ ਇਕਸਾਰ ਤੇ ਇਕਸੁਰ ਪ੍ਰਤੀਤ ਹੁੰਦੇ ਹਨ। ਗਲਿਆਰੇ ਦਾ 3/4 ਭਾਗ 1992 ਤੋਂ 1996 ਵਿੱਚ ਪੂਰਾ ਕਰ ਲਿਆ ਗਿਆ ਸੀ, ਪਰ ਸਭ ਤੋਂ ਵੱਧ ਮਹੱਤਵਪੂਰਨ ਅਗਲਾ ਭਾਗ ਅਜੇ ਵੀ ਅਧੂਰਾ ਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਵਿੱਚ ਬਣੀ, ਸਦਾ ਲਈ ਪ੍ਰਾਂਤਕ ਸਰਕਾਰ ਦੀ ਮੁਕਾਬਲੇ ਦੀ ਵਿਰੋਧੀ ਸ਼ਕਤੀ ਰਹੀ ਹੈ। ਇਹ ਆਰੰਭ ਤੋਂ ਹੀ ਅਕਾਲੀਆਂ ਦਾ ਗੜ ਰਹੀ ਹੈ। ਇਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਲਗਭਗ 300 ਤੋਂ ਵੱਧ ਗੁਰਦੁਆਰਿਆਂ ਅਤੇ ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਇਸ ਵੱਲੋਂ ਵਿੱਤੀ ਸਹਾਇਤਾ ਨਾਲ ਚਲਾਈਆਂ ਜਾ ਰਹੀਆਂ ਸੰਸਥਾਵਾਂ ਦਾ ਪ੍ਰਬੰਧ ਕਰਦੀ ਹੈ। ਇਸ ਦਾ ਸਾਲਾਨਾ ਬਜਟ 142 ਕਰੋੜ ਰੁਪਏ ਦਾ ਹੈ। ਇਸ ਦੇ ਪ੍ਰਧਾਨ ਨੂੰ ਗ੍ਰੰਥੀਆਂ, ਰਾਗੀਆਂ, ਸੇਵਾਦਾਰਾਂ, ਹੈਡਮਾਸਟਰਾਂ, ਪ੍ਰਿੰਸੀਪਲਾਂ ਤੇ ਇਸ ਵੱਲੋਂ ਚਲਾਏ ਜਾਂਦੇ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਨਿਯੁਕਤ ਕਰਨ ਦੇ ਵਿਸ਼ਾਲ ਅਧਿਕਾਰ ਤੇ ਸਰਪ੍ਰਸਤੀ ਪ੍ਰਾਪਤ ਹੈ। ਉਸ ਦੀ ਅਕਾਲ ਤਖ਼ਤ ਤੇ ਜਥੇਦਾਰਾਂ ਦੀ ਨਿਯੁਕਤੀ ਵਿੱਚ ਵੀ ਪ੍ਰਮੁੱਖ ਭੂਮਿਕਾ ਹੈ। 1/4 ਸਦੀ ਤੋਂ ਵੱਧ ਸਮੇਂ ਲਈ ਗੁਰਚਰਨ ਸਿੰਘ ਟੌੜਾ ਇਸ ਦੀ ਨਿਰਵਿਵਾਦ ਪ੍ਰਧਾਨਗੀ ਲਈ ਹੱਕ ਜਮਾਉਣ ਵਿੱਚ ਸਫਲ ਰਿਹਾ ਸੀ। ਉਸ ਦਾ ਖਾਲਿਸਤਾਨ ਦੀ ਮੰਗ ਪ੍ਰਤੀ ਗੋਲਮੋਲ ਦ੍ਰਿਸ਼ਟੀਕੋਣ ਰਿਹਾ ਸੀ ਤੇ ਇੱਕ ਵਾਰ ਆਤੰਕਵਾਦੀਆਂ ਹੱਥੋਂ ਗੋਲੀ ਮਾਰਨ ਤੇ ਜ਼ਖਮੀ ਹੋਣ ਕਾਰਨ ਉਹ ਉਹਨਾਂ ਤੋਂ ਡਰਿਆ ਵੀ ਹੋਇਆ ਸੀ। 185 ਮੈਂਬਰੀ ਸ਼੍ਰੋਮਣੀ ਕਮੇਟੀ ਦੀ ਚੋਣ ਕਰਾਉਣ ਦੀ ਜ਼ਿੰਮੇਵਾਰੀ ਪ੍ਰਾਂਤਕ ਸਰਕਾਰ ਦੀ ਹੈ। 1984 ਤੋਂ ਪਿੱਛੋਂ ਕਦੇ ਚੋਣਾਂ ਨਹੀਂ ਕਰਵਾਈਆਂ ਗਈਆਂ ਸਨ। 1993 ਤੱਕ 47 ਮੈਂਬਰ ਮਰ ਗਏ ਸਨ। ਬੇਅੰਤ ਸਿੰਘ ਦਾ ਵਿਚਾਰ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਤਮ ਕਰਕੇ ਸਾਰਾ ਟੰਟਾ ਹੀ ਖਤਮ ਕਰ ਦੇਣਾ ਚਾਹੀਦਾ ਹੈ। ਉਸਨੇ ਅਖਬਾਰਾਂ ਨੂੰ ਬਿਆਨ ਦੇ ਦਿੱਤਾ, ਹੁਣ ਸਮਾਂ ਬਦਲ ਗਿਆ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਲੋੜ ਹੈ? ਦੂਸਰੇ ਧਰਮਾਂ ਵਾਂਗ ਸਿੱਖਾਂ ਨੂੰ ਵੀ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਸਥਾਨਕ ਕਮੇਟੀਆਂ ਰਾਹੀਂ ਕਰਨਾ ਚਾਹੀਦਾ ਹੈ। ਬੇਅੰਤ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਸਦਾ ਲੜ ਝਗੜ ਰਹੇ ਅਕਾਲੀ ਧੜਿਆਂ ਨੂੰ ਜੇ ਕੋਈ ਇੱਕ ਚੀਜ਼ ਇਕੱਠਿਆਂ ਕਰ ਸਕਦੀ ਹੈ ਤਾਂ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਰਕਾਰੀ ਦਖਲ ਅੰਦਾਜ਼ੀ। ਟੌੜੇ ਨੂੰ ਬਾਦਲ, ਮਾਨ ਤੇ ਹੋਰ ਸਭ ਦਾ ਸਮਰਥਨ ਮਿਲ ਗਿਆ। ਪਹਿਲਾਂ ਵਾਂਗ ਹੀ ਉਹਨਾਂ ਦੇ ਇਕੱਠੇ ਹੋਣ ਦਾ ਇੱਕ ਹੀ ਨਾਰਾ ਸੀ, ਪੰਥ ਨੂੰ ਖਤਰਾ ਹੈ। ਬੇਅੰਤ ਸਿੰਘ ਨੂੰ ਅਕਲ ਆ ਗਈ ਤੇ ਉਸਨੇ ਆਪਣਾ ਬਿਆਨ ਵੀ ਤੇ ਕਦਮ ਵੀ ਪਿਛਾਂਹ ਖਿੱਚ ਲਏ। ਉਸਨੇ ਆਤੰਕਵਾਦ ਖਤਮ ਕਰਨ ਵੱਲ ਆਪਣਾ ਧਿਆਨ ਲਾ ਦਿੱਤਾ। ਉਸਨੇ ਰਾਜਪਾਲ ਸੁਰਿੰਦਰ ਨਾਥ ਤੇ ਡਾਇਰੈਕਟਰ ਜਨਰਲ ਪੁਲਿਸ KPS ਗਿੱਲ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਗਿੱਲ ਆਪਣੇ ਕੰਮ ਵਿੱਚ ਦਾਨਵੀ ਜੋਸ਼ ਨਾਲ ਜੁਟ ਪਿਆ। ਉਸ ਦਾ ਦ੍ਰਿੜ ਵਿਸ਼ਵਾਸ ਸੀ ਕਿ ਅੰਦਰੂਨੀ ਅਮਨ ਕਾਨੂੰਨ ਦੀ ਸਥਾਪਤੀ ਫੌਜ ਦੀ ਨਹੀਂ, ਪੁਲਿਸ ਦੀ ਜ਼ਿੰਮੇਵਾਰੀ ਹੈ। ਉਸਨੇ ਪੁਲਿਸ ਦੀ ਗਿਣਤੀ 35,000 ਤੋਂ ਵਧਾ ਕੇ 60,000 ਕਰ ਦਿੱਤੀ ਤੇ ਉਹਦੇ ਵਿੱਚ ਮਜ਼ਹਬੀ ਸਿੱਖ ਵੱਡੀ ਗਿਣਤੀ ਵਿੱਚ ਭਰਤੀ ਕਰ ਲਏ। ਇਸ ਦੇ ਸਮਾਨਾਂਤਰ ਹੀ ਅਰਧ ਸੈਨਿਕ ਬਲਾਂ ਦੀ ਗਿਣਤੀ 400 ਕੰਪਨੀਆਂ ਤੋਂ ਘਟਾ ਕੇ 260 ਕਰ ਦਿੱਤੀ ਗਈ। ਉਸ ਨੂੰ ਜਲੰਧਰ ਤੋਂ ਕੋਰ ਕਮਾਂਡਰ ਲੈਫਟੀਨੈਂਟ ਜਨਰਲ BKN ਛਿੱਬਰ ਦਾ ਪੂਰਾ ਸਮਰਥਨ ਸੀ, ਜੋ ਮਗਰੋਂ ਸੁਰੱਖਿਆ ਸਲਾਹਕਾਰ ਬਣਿਆ ਤੇ ਫਿਰ ਪੰਜਾਬ ਦਾ ਰਾਜਪਾਲ ਬਣਿਆ। ਜੋ ਰੁਪਇਆ ਉਹਦੇ ਹਵਾਲੇ ਕੀਤਾ ਗਿਆ, ਉਸ ਦੀ ਵਰਤੋਂ ਉਸਨੇ ਆਤੰਕਵਾਦੀ ਦਲਾਂ ਵਿੱਚ ਫੁੱਟ ਪਾਉਣ ਤੇ ਜਸੂਸਾਂ ਨੂੰ ਤੇ ਸੂਹ ਦੇਣ ਵਾਲਿਆਂ ਨੂੰ ਆਪਣੇ ਨਾਲ ਮਿਲਾਉਣ ਲਈ ਕੀਤੀ। ਕਿਉਂਕਿ ਇਹ ਦਲ ਰਾਤ ਨੂੰ ਹੀ ਕਾਰਵਾਈਆਂ ਕਰਿਆ ਕਰਦੇ ਸਨ, ਉਸਨੇ ਆਪਰੇਸ਼ਨ ਨਾਈਟ ਡੋਮੀਨੈਂਸ ਸ਼ੁਰੂ ਕੀਤੇ। ਉਸਨੇ ਤਰਨਤਾਰਨ ਨੇੜੇ ਰਾਤ ਸਮੇਂ ਬਹਿਲਾ ਪਿੰਡ ਵਿੱਚ ਕਾਰਵਾਈ ਕੀਤੀ। ਮਾਰੇ ਗਏ ਵਿਅਕਤੀਆਂ ਵਿੱਚ 2 ਬਦਨਾਮ ਅੱਤਵਾਦੀ ਨੇਤਾ ਗੁਰਬਚਨ ਸਿੰਘ ਮਨੋਚਾਲ ਤੇ ਕੌਲੀ, ਜਿਸ ਨੇ ਕਥਿਤ ਤੌਰ ਤੇ ਆਕਾਸ਼ਵਾਣੀ ਦੇ MLA ਮਨਚੰਦਾ ਦਾ ਸਿਰ ਲਾਇਆ ਸੀ ਸਨ। ਇਹਨਾਂ 2 ਜਣਿਆਂ ਦੇ ਮਰਨ ਨਾਲ ਹੀ ਰਾਜ ਵਿੱਚ ਆਤੰਕਵਾਦ ਦਾ ਲੱਕ ਟੁੱਟ ਗਿਆ। ਕਿਸੇ ਵੀ ਸਮੇਂ ਇਹਨਾਂ ਆਤੰਕਵਾਦੀਆਂ ਸਾਹਮਣੇ ਕੋਈ ਧਾਰਮਿਕ ਜਾਂ ਸਿਆਸੀ ਉਦੇਸ਼ ਨਹੀਂ ਰਿਹਾ ਸੀ। ਇਸ ਦੇ ਉਲਟ ਉਹ ਤਾਂ ਲੁਟੇਰੇ ਬਣ ਗਏ ਸਨ। ਉਹ ਰੁਪਏ ਲੁੱਟਦੇ ਸਨ ਤੇ ਉਹਨਾਂ ਨਾਲ ਕਈ ਹੋਰ ਸ਼ੌਕੀਆ ਰਲਦੇ ਗਏ। ਗਿੱਲ ਸੌਂਪੇ ਹੋਏ ਕੰਮ ਨੂੰ ਯੋਗਤਾ ਨਾਲ ਕਰ ਸਕਣ ਦੇ ਕਾਰਨ ਵਧਾਈ ਦਾ ਹੱਕਦਾਰ ਸੀ। ਅਕਾਲੀਆਂ ਨੇ ਵੀ ਬੇਅੰਤ ਸਿੰਘ ਨੂੰ ਗੱਦੀ ਤੋਂ ਲਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ। ਇਸ ਸਾਲ ਦੇ ਸ਼ੁਰੂ ਵਿੱਚ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਤੱਕ ਖਾਲਸਾ ਮਾਰਚ ਸਮੇਂ ਰਸਤੇ 'ਤੇ ਪੈਂਦੇ ਪਿੰਡਾਂ ਦੇ ਲੋਕਾਂ ਤੋਂ ਭਰਵਾਂ ਸਮਰਥਨ ਮਿਲਿਆ ਸੀ। ਇਸ ਤੋਂ ਉਤਸ਼ਾਹਿਤ ਹੋ ਕੇ ਉਹਨਾਂ ਨੇ ਅੰਮ੍ਰਿਤਸਰ ਤੋਂ ਦਿੱਲੀ ਦੀ ਯਾਤਰਾ ਦਾ ਐਲਾਨ ਕਰ ਦਿੱਤਾ। ਬੇਅੰਤ ਸਿੰਘ ਨੇ ਉਹਨਾਂ ਦੀ ਇਹ ਕਾਰਵਾਈ ਟੌੜਾ, ਬਾਦਲ ਤੇ ਤਲਵੰਡੀ ਸਮੇਤ ਚੋਟੀ ਦੇ 19 ਅਕਾਲੀ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਨਾਕਾਮ ਬਣਾ ਦਿੱਤੀ। ਤਜਵੀਜ਼ ਕੀਤੀ ਯਾਤਰਾ ਸ਼ੁਰੂ ਹੀ ਨਾ ਕੀਤੀ ਜਾ ਸਕੀ। ਬਾਕੀ ਅੰਤਮ ਭਾਗ ਦੇ ਅਗਲੇ ਹਿੱਸੇ ਵਿੱਚ।